ਜਾਂ ਸਤਵੰਤ ਸਿੰਘ ਦੇ ਬੇਅੰਤ ਸਿੰਘ ਨੇ ਸੋਚਿਆ ਸੀ ਵੀ ਜੇ ਇੰਦਰਾ ਗਾਂਧੀ ਮਾਰਤੀ ਤੇ ਸਾਡੇ ਬੱਚਿਆਂ ਨਾਲ ਕੀ ਹੋਊਗਾ। KPS ਗਿੱਲ ਨੇ ਵੀ ਇਸ ਤਰ੍ਹਾਂ ਕੀਤਾ, ਸੁਮੇਧ ਸੈਣੀ ਨੇ ਵੀ ਇਸ ਤਰ੍ਹਾਂ ਕੀਤਾ। ਇੱਕ ਕਾਲੋਂ ਸੀਗਾ, ਉਹਨੇ 18 ਸਿੱਖ ਵਾਲੇ ਨੇ ਮੈਨੂੰ ਦੱਸਿਆ, ਕਹਿੰਦੇ 5 ਸਿੱਖ ਐਲ ਆਈ ਸਾਡੇ ਕੋਲੇ ਬੈਠੀ, ਅਸੀਂ ਗਾਲਾਂ ਵੀ ਦਿੱਤੀਆਂ ਵੀ ਆ ਜਾਓ, ਕਹਿੰਦੇ ਅਸੀਂ ਨਹੀਂ ਜਾਂਦੇ ਜੀ, ਅਸੀਂ ਇੰਦਰਾ ਜੀ ਦੇ ਵਿਰੁੱਧ ਨਹੀਂ ਹੁੰਦੇਗੇ। ਨਹੀਂ 72 ਘੰਟੇ ਨਹੀਂ ਬਣ ਦਿੱਤਾ। ਜਦੋਂ ਇਹ ਗਦਾਰਾਂ ਨੇ ਹੱਥ ਖੜੇ ਕਰਕੇ CID ਦਿੱਤੀਆਂ, ਫਿਰ ਫੌਜ ਬੜੀ ਅੰਦਰ। ਮਿਸਟਡ ਵੌਇਸ ਦੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦਰਸ਼ਕੋ, ਅੱਜ ਅਸੀਂ ਜੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਨੇ ਕਾਫੀ ਸਮੇਂ ਤੋਂ ਬਹੁਤ ਹੀ ਦੁੱਖ ਹੰਢਾਏ। ਭਾਵੇਂ ਉਹ 1947 ਦੀ ਪੰਜਾਬ ਵੰਡ ਹੋਵੇ, ਪੰਜਾਬ ਦੇ ਲੋਕਾਂ ਦੀ ਬਹੁਤ ਕਤਲੋਗਾਰਤ ਹੋਈ। ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਨੂੰ ਲਾਸ਼ਾਂ ਦੀਆਂ ਟ੍ਰੇਨਾਂ ਭਰ ਕੇ ਆਈਆਂ ਤੇ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ ਨੂੰ ਵੀ ਲਾਸ਼ਾਂ ਦੀਆਂ ਟ੍ਰੇਨਾਂ ਭਰ ਕੇ ਗਈਆਂ। ਪੰਜਾਬ ਦੀ ਇੱਕ ਤਰਾਸਦੀ ਰਹੀ ਹੈ ਕਿ ਪੰਜਾਬ ਨੇ ਬਹੁਤ ਦੁੱਖ ਹੰਢਾਏ ਹੈ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਆਪਰੇਸ਼ਨ ਬਲੂ ਸਟਾਰ ਦੀ, ਤਾਂ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ। ਫੌਜ ਦਾ ਹਮਲਾ ਹੋ ਜਾਂਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ। ਉਸ ਟਾਈਮ ਇੱਕ ਘਟਨਾਕ੍ਰਮ ਇਹ ਵਾਪਰਦਾ ਹੈ ਕਿ ਜੋ ਪੰਜਾਬੀ ਫੌਜੀ ਸੀ ਜਾਂ ਜੋ ਸਿੱਖ ਫੌਜੀ ਸੀਗੇ, ਉਹਨਾਂ ਦੇ ਵਿੱਚ ਬਗਾਵਤ ਹੋ ਜਾਂਦੀ ਹੈ, ਜਿਨ੍ਹਾਂ ਨੂੰ ਕਿ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪਰੇਸ਼ਨ ਬਲੂ ਸਟਾਰ ਦੇ ਉੱਤੇ ਕਾਫੀ ਲੋਕਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ, ਪਰ ਅੱਜ ਇੱਕ ਕਿਤਾਬ ਜੋ ਉਹਨਾਂ ਬਾਗੀ ਫੌਜੀਆਂ 'ਤੇ ਜਾਂ ਧਰਮੀ ਫੌਜੀਆਂ ਦੇ ਉੱਤੇ ਵੀ ਲਿਖੀ ਗਈ ਹੈ, ਉਹਦੇ ਲੇਖਕ ਵੀ ਅੱਜ ਸਾਡੇ ਨਾਲ ਨੇ। ਅਸੀਂ ਉਹਦੇ 'ਤੇ ਗੱਲਬਾਤ ਕਰਾਂਗੇ। ਬਾਗੀ ਕਾਫਲੇ ਜੋ ਕਿਤਾਬ ਲਿਖੀ ਗਈ ਹੈ ਧਰਮੀ ਫੌਜੀਆਂ ਦੇ ਉੱਤੇ, ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਵੇਲੇ ਆਪਣੀਆਂ ਗੰਨਾਂ ਲੈ ਕੇ ਬਾਹਰ ਆਏ, ਅਤੇ ਉਹਨਾਂ ਦੇ ਰਾਈਟਰ ਜਿਹੜੇ ਹੈਗੇ ਹੈ ਕੁਲਦੀਪ ਸਿੰਘ ਜੀ ਸਖਤਾ ਜੀ ਸਾਡੇ ਨਾਲ ਨੇ। ਬਾਬਾ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਾਫੀ ਬਲੂ ਸਟਾਰ ਦੇ ਉੱਤੇ ਕਿਤਾਬਾਂ ਲਿਖੀਆਂ ਗਈਆਂ, ਅਤੇ ਤੁਹਾਡਾ ਇਹ ਕਿਵੇਂ ਮਨ ਬਣਿਆ ਜਿਹੜਾ ਇਹ ਬੁੱਕ ਲਿਖਣ ਦਾ? ਇਸ ਤੋਂ ਪਹਿਲਾਂ ਵੀ ਕੋਈ ਕਿਤਾਬਾਂ ਤੁਸੀਂ ਲਿਖੀਆਂ? ਹਾਂ, ਪਹਿਲਾਂ ਵੀ ਮੈਂ ਇੱਕ ਕਿਤਾਬ ਲਿਖੀ ਸੀ, ਗੁਰਮੁਖ ਸੱਚੀ ਆਸ਼ਕੀ, ਛੋਟੀ ਜਿਹੀ ਪਹਿਲੀ ਕਿਤਾਬ ਹੈ ਮੇਰੀ, ਉਹ ਛੋਟਾ ਜਿਹਾ ਨਾਵਲ ਹੈ। ਉਹ ਵੀ ਮੈਂ ਫੌਜ 'ਤੇ ਹੀ ਲਿਖਿਆ ਸੀ, ਕਿਉਂਕਿ ਫੌਜ ਦੇ ਜੀਵਨ ਨੂੰ ਮੈਂ ਬਹੁਤ ਨੇੜਿਓਂ ਤੱਕਿਆ ਹੈ ਵੀ ਫੌਜੀ ਇੱਕ ਜਤੀ ਹੁੰਦਾ, ਫੌਜੀ ਇੱਕ ਸੰਤ ਹੁੰਦਾ, ਫੌਜੀ ਇੱਕ ਮਹਾਤਮਾ ਹੁੰਦਾ, ਫੌਜੀ ਇੱਕ ਪਰਉਪਕਾਰੀ ਹੁੰਦਾ, ਫੌਜੀ ਇੱਕ ਪਰਮਾਰਥੀ ਹੁੰਦਾ। ਇਸ ਕਰਕੇ ਮੇਰੇ ਅੰਦਰ ਉਹ ਸੀ। ਮੈਂ ਕਿਹਾ ਵੀ ਫੌਜ ਬਾਰੇ ਕੁਛ ਵੀ ਨਹੀਂ ਕੋਈ ਜਾਣਦਾ ਗਾ, ਉਲਟਾ ਫੌਜੀਆਂ ਨੂੰ ਮਜ਼ਾਕ ਉਡਾਇਆ ਜਾਂਦਾ, ਇਹ ਜੀ ਫੌਜੀ ਮੂਰਖ ਹੁੰਦੇ ਨੇ, ਫੌਜੀਆਂ ਨੂੰ ਅਕਲ ਨਹੀਂ ਹੁੰਦੀ, ਫੌਜੀਆਂ ਜਾਂਦਿਆਂ ਦੀ ਅਕਲ ਖੋਹ ਲੈਂਦੇ ਨੇ, ਆਉਂਦਿਆਂ ਦੀ ਰਫਲ ਖੋਹ ਲੈਂਦੇ ਨੇ। ਇਹ ਜਿਹੜੇ ਉਲਟ ਸ਼ਬਦ ਕਹੇ ਜਾਂਦੇ ਨੇ, ਪਰ ਕਦੇ ਉਹਨਾਂ ਨੇ ਦਰਦ ਨੂੰ ਨਹੀਂ ਪਛਾਣਿਆ, ਕਿਉਂਕਿ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਸਾਡੇ ਲਈ ਉਹ 0 ਪੁਆਇੰਟ 'ਤੇ ਖੜ੍ਹੇ ਨੇ, ਚਾਈਨਾ ਦੇ ਬਾਰਡਰ 'ਤੇ ਖੜ੍ਹੇ ਨੇ, ਤਿੱਬਤ ਦੇ ਬਾਰਡਰ 'ਤੇ ਖੜ੍ਹੇ ਨੇ। ਉੱਤੋਂ ਸਰਦੀ ਦਸੰਬਰ ਦੀ, ਨਵੰਬਰ ਦੀ ਪੈਂਦੀ ਹੈ, ਜਾਂ ਗਰਮੀ ਦੇ ਮਹੀਨੇ ਜੈਸਲਮੇਰ ਦੇ ਟਿੱਬਿਆਂ 'ਚ ਖੜ੍ਹੇ ਨੇ, ਗਰਮ ਹਵਾ ਵਗਦੀ ਹੈ, ਰੇਤਾ ਉੱਡ ਉੱਤੇ ਪੈਂਦਾ ਹੈ, ਭਿਆਨਕ ਜਗ੍ਹਾ 'ਤੇ ਉੱਤੇ ਡਿਊਟੀਆਂ ਕਰਕੇ, ਅਤੇ ਸਾਡੀਆਂ ਇੱਜ਼ਤਾਂ, ਸਾਡੀ ਜਾਇਦਾਦ, ਸਾਡੀ ਆਬਰੂ, ਸਭ ਕੁਝ ਸਾਡਾ ਉਹ ਬਚਾ ਰਹੇ ਨੇ। ਅਸੀਂ ਫਿਰ ਵੀ ਉਹਨਾਂ ਨੂੰ ਮੂਰਖ ਕਹਿੰਦੇ ਹਾਂ। ਇਸ ਕਰਕੇ ਮੇਰੇ ਮਨ 'ਚ ਆਇਆ ਵੀ ਮਨਾ ਉਹਨਾਂ ਨੂੰ ਕਿਉਂ ਇੰਨਾ ਬੁਰਾ ਕਿਹਾ ਜਾਂਦਾ, ਜਿਨ੍ਹਾਂ ਨੇ ਇੰਨਾ ਕੁਛ ਸਾਡੇ ਲਈ ਉਹ ਕਰ ਰਹੇ ਨੇ। ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਜੀ, ਇਹ ਜਿਹੜੀ ਕਿਤਾਬ ਤੁਸੀਂ ਲਿਖੀ ਹੈ, ਇਸ ਕਿਤਾਬ ਦਾ ਜਿਹੜਾ ਵਿਸ਼ਾ ਵਸਤੂ ਹੈ, ਇਹ ਕਾਲਪਨਿਕ ਹੈ ਜਾਂ ਸੱਚਾਈ ਹੈ? ਇਹ 80% ਸੱਚਾਈ ਹੈ, ਹਕੀਕਤ ਹੈ, ਅਤੇ 20% ਜਿਹੜਾ ਹੈ ਕਾਲਪਨਿਕ, ਕਿਉਂਕਿ ਉਸ ਨੂੰ ਮੈਂ ਨਾਵਲ ਦਾ ਰੂਪ ਦਿੱਤਾ ਸੀ। ਨਾਵਲ ਦਾ ਰੂਪ ਇਸ ਕਰਕੇ ਮੈਂ ਦਿੱਤਾ ਉਸ ਨੂੰ, ਕਿਉਂਕਿ ਜਿਹੜੀ ਨਵੀਂ ਪੀੜ੍ਹੀ ਹੈ, ਨਿਊ ਜਨਰੇਸ਼ਨ ਜਿਹੜੀ ਹੈ, ਉਹ ਨਾਵਲ ਨੂੰ ਪੜ੍ਹ ਕੇ ਬੜੀ ਖੁਸ਼ ਹੁੰਦੀ ਹੈ। ਥੋੜ੍ਹੀ ਰੋਮਾਂਟਿਕ ਗੱਲਾਂ ਵਿੱਚ ਭਰੀਆਂ ਜਾਣ ਤੋਂ ਕਿਤਾਬ ਨੂੰ ਚੁੱਕ ਲੈਂਦੀ ਹੈ ਸਟਾਲ ਤੋਂ। ਨਹੀਂ, ਆਮ ਕਿਤਾਬ ਪੜ੍ਹ ਕੇ ਕੋਈ ਰਾਜੀ ਨਹੀਂ, ਕਿਉਂਕਿ ਮੈਂ ਲੋਕਾਂ ਤੱਕ ਪਹੁੰਚਣਾ ਚਾਹੁੰਦਾ ਸੀਗਾ ਵੀ ਫੌਜੀ ਕੀ ਹੁੰਦੇ ਨੇ ਅਤੇ ਸਾਡੇ ਲਈ ਫੌਜੀਆਂ ਨੇ ਕੀ ਕੁਛ ਕੀਤਾ ਹੈ। ਤਾਂ ਕਰਕੇ ਮੈਂ ਉਹ ਹਕੀਕਤ ਹੀ ਲਿਖੀ ਹੈ। ਤਕਰੀਬਨ ਉਹਦੇ ਵਿੱਚ ਜਿਹੜੇ ਨਾਮ ਵੀ ਜਿਹੜੇ ਪਾਏ ਨੇ, ਉਹ ਸੱਚ ਦੇ ਹੀ ਪਾਏ ਨੇ। ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਜੀ, ਉਸ ਟਾਈਮ 'ਤੇ ਤੁਸੀਂ ਸਿੱਖੀ ਬਾਣੇ ਦੇ ਵਿੱਚ ਸੀ? ਹਾਂ, ਮੈਂ ਅੰਮ੍ਰਿਤਧਾਰੀ ਸੀ। ਕਿਉਂਕਿ ਮੈਂ ਲਾਲਗੜ੍ਹ ਜਟਾਂ ਦੇ ਵਿੱਚ ਡਿਊਟੀ ਕਰ ਰਿਹਾ ਸੀ ਉਦੋਂ, ਐਮਐਸ ਦੇ ਵਿੱਚ।
ਟੈਂਪਰੇਰੀ ਤੌਰ 'ਤੇ ਪਰ ਮੈਂ ਨੌ ਸਿੱਖ ਦੇ ਵਿੱਚ ਚਲਿਆ ਜਾਂਦਾ ਸੀ, ਨਜ਼ਦੀਕੀ ਸੀ ਉੱਥੇ ਨੌ ਸਿੱਖ ਨਾਲ ਮੇਰਾ ਜਿਹੜਾ ਬਹੁਤ ਵਾਸਤਾ ਸੀਗਾ। ਕੀਰਤਨ ਹਰ ਐਤਵਾਰ ਕੀਰਤਨ ਸੁਣਨਾ, ਉੱਥੇ ਬਾਬਾ ਕਰਨੈਲ ਸਿੰਘ ਜੀ ਜਿਹੜੇ ਸੀਗੇ ਬਾਬਾ ਜੀ ਨਾਇਬ ਸੂਬੇਦਾਰ, ਉਹ ਕੀਰਤਨ ਕਰਦੇ, ਬੜੀ ਮਨਮੋਹਣੀ ਆਵਾਜ਼ ਸੀ ਉਹਨਾਂ ਦੀ, ਅਤੇ ਉਹਨਾਂ ਦੀ ਉਸ ਕੀਰਤਨ ਨੇ ਹੀ ਮੈਨੂੰ ਇਸ ਪਾਸੇ ਜ਼ਿਆਦਾ ਖਿੱਚ ਲਿਆਂਦਾ, ਕਥਾਵਾਚਕ ਵੀ ਬਣਾਤਾ, ਵਿਦਵਾਨ ਬਣਾਤਾ ਉਸ ਕੀਰਤਨ ਨੇ। ਅਤੇ ਇਸ ਕਰਕੇ ਮੈਨੂੰ ਜਿਹੜਾ ਉਹ ਚੰਗੇ ਲੱਗਦੇ ਸੀਗੇ, ਅਤੇ ਉਹਨਾਂ ਦਾ ਮੈਂ ਜੀਵਨ ਬਹੁਤ ਨੇੜਿਓਂ ਤੱਕਿਆ, ਕਿਉਂਕਿ ਉਸ ਯੂਨਿਟ ਦੇ ਵਿੱਚ ਘੱਟੋ ਘੱਟ ਵੀ 75 ਜਾਂ 80% ਜਿਹੜੇ ਸੀਗੇ ਉਹ ਅੰਮ੍ਰਿਤਧਾਰੀ ਸਿੰਘ ਸੀਗੇ ਅਤੇ ਨਿਤਨੇਮੀ ਸੀ, ਅਤੇ ਉਹਨਾਂ ਦਾ ਗੁਰਮੁਖਾਂ ਵਾਲਾ ਸੁਭਾਅ ਸੀ। ਜਿਸ ਤਰ੍ਹਾਂ ਭਾਈ ਤਰਲੋਚਨ ਸਿੰਘ ਜੀ ਹੈ, ਦਰਬਾਰਾ ਸਿੰਘ ਸ਼ੂਸ਼ਕ ਸੀਗੇ, ਹੋਰ ਬਹੁਤ ਸਿੰਘ ਜਿਹੜੇ ਆ ਅੰਮ੍ਰਿਤਧਾਰੀ ਸੀ, ਕੀਰਤਨ ਵੀ ਕਰਦੇ ਸਨ। ਜਿਹੜਾ ਆਪਰੇਸ਼ਨ ਬਲੂ ਸਟਾਰ ਹੁੰਦਾ ਜੀ, ਹਾਂਜੀ, ਉਸ ਨੂੰ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਧਾਰਮਿਕ ਤੌਰ 'ਤੇ ਉਹ ਸਾਡੇ 'ਤੇ ਬਿਲਕੁਲ ਉਹ ਹਮਲਾ ਜਾਣ ਬੁੱਝ ਕੇ ਕੀਤਾ ਗਿਆ, ਕਿਉਂਕਿ ਜਿਹੜਾ ਚਕਰਾਤਾ ਛਾਉਣੀ ਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਇੱਕ ਸਾਲ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ ਵੀ ਸਿੱਖ ਕੌਮ ਨੂੰ ਕਿਵੇਂ ਖਤਮ ਕੀਤਾ ਜਾਵੇ। ਇਸ ਕਰਕੇ ਇਹਨਾਂ ਨੇ ਉਹ ਦਿਨ ਚੁਣਿਆ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਵੀ ਇਸ ਦਿਨ ਹਰ ਗੁਰਦੁਆਰੇ ਦੇ ਵਿੱਚ ਜਿਹੜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਉਸ ਦਿਨ ਇਕੱਠੇ ਹੋਣਗੇ ਅਤੇ ਉਸ ਦਿਨ ਫਿਰ ਫਾਇਰ ਕਰਕੇ ਇਹਨਾਂ ਨੂੰ ਮਾਰ ਦਿਓ। ਅਤੇ ਬਾਕੀ ਅਗਲਾ ਪ੍ਰੋਗਰਾਮ ਹੋਰ ਸੀ ਜਿਹੜਾ ਸੀ, ਜਿਹਨੂੰ ਵੁੱਡ ਰੋਜ਼ ਕਿਹਾ ਗਿਆ, ਉਦੋਂ ਬਾਅਦ ਉਹ 5 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦਾ ਕੋਈ ਵੀ ਜਿਹੜਾ ਸਿੱਖ ਨਾ ਛੱਡੋ। ਬਾਕੀ ਜਿਹੜੀਆਂ ਇਹਨਾਂ ਦੀਆਂ ਲੜਕੀਆਂ ਨੇ ਅਤੇ ਉਹਨਾਂ ਨੂੰ ਅਸੀਂ ਆਪਦੇ ਹਿੰਦੂ ਫੌਜੀਆਂ ਦੇ ਘਰੇ ਵਸਾਵਾਂਗੇ, ਇਹ ਉਹਨਾਂ ਦੀ ਸੋਚ ਸੀ। ਇਸ ਕਰਕੇ ਉਹਨਾਂ ਨੇ ਬਿਲਕੁਲ ਸਾਡੇ ਨਾਲ ਧੱਕਾ ਕੀਤਾ, ਨਜਾਇਜ਼ ਕੀਤਾ, ਕਿਉਂਕਿ ਅਸੀਂ ਇਸ ਦੇਸ਼ ਲਈ 93% ਕੁਰਬਾਨੀਆਂ ਕੀਤੀਆਂ, ਪਰ ਸਾਨੂੰ ਰੋਲਿਆ ਹੀ ਗਿਆ। ਪਹਿਲਾਂ ਸਾਡਾ ਪੰਜਾਬ ਸੀ, ਪੰਜਾਬ ਦੋਫਾੜ ਕੀਤਾ ਗਿਆ, ਦੋਫਾੜ ਤੋਂ ਬਾਅਦ ਉਸੇ ਇੰਦਰਾ ਗਾਂਧੀ ਨੇ ਫਿਰ 3 ਟੁਕੜੇ ਸਾਡੇ ਕਰ ਦਿੱਤੇ ਨੇ, ਹਰਿਆਣਾ ਬਣਾ ਦਿੱਤਾ, ਹਿਮਾਚਲ ਬਣਾ ਦਿੱਤਾ, ਕਿਉਂਕਿ ਇੱਕ ਸੋਚੀ ਸਮਝੀ ਚਾਲ ਸੀਗੀ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਉਹ ਖਤਮ ਕੀਤਾ ਜਾਵੇ। ਤਾਂ ਰਾਜਨੀਤਿਕ ਤੌਰ 'ਤੇ ਵੀ ਜਿਹੜਾ ਸੀਗੇ ਸਾਡੇ ਲੀਡਰ ਹੀ ਉਹਨਾਂ ਨਾਲ ਰਲ ਗਏ। ਸਾਡੇ ਲੀਡਰਾਂ ਨੇ ਸਿਰਫ ਕੁਰਸੀ ਦੇ ਮਰੇ ਉਹ ਵਿਭੀਸ਼ਣ ਬਣ ਗਏ। ਵਿਭੀਸ਼ਣ ਬਣ ਕੇ ਉਹਨਾਂ ਨੇ, ਜਿਸ ਤਰ੍ਹਾਂ ਵਿਭੀਸ਼ਣ ਨੇ ਆਪਦੇ ਭਰਾ ਰਾਵਣ ਦੀ ਲੰਕਾ ਉਜਾੜ ਦਿੱਤੀ, ਉਹਨੇ ਇਹ ਨਹੀਂ ਸੋਚਿਆ ਵੀ ਮੇਰੀ ਭੈਣ ਦੀ ਬੇਪਤੀ ਉਹਨਾਂ ਨੇ ਕੀਤੀ ਆਰੀਆਂ ਨੇ, ਨਹੀਂ, ਇਹ ਨਹੀਂ ਸੋਚਿਆ, ਸਿਰਫ ਕੁਰਸੀ ਦੇ ਲਈ ਵਿਭੀਸ਼ਣ ਨੇ ਜਾ ਕਰਕੇ ਉੱਥੇ ਚੁਗਲੀਆਂ ਕੀਤੀਆਂ ਅਤੇ ਆਪਦਾ ਸਕਾ ਭਰਾ ਜਿਹੜਾ ਸੀ ਰਾਵਣ ਉਹ ਮਰਵਾਤਾ, ਜਾਂ ਉਹਦੇ ਵਾਰਸ, ਜਾਂ ਸਾਰੀ ਲੰਕਾ ਤਬਾਹ ਕਰਵਾਤੀ। ਇਹੀ ਕਹਾਣੀ ਸਾਡਿਆਂ ਦੀ ਸੀ, ਨੀਲੀਆਂ ਪੱਗਾਂ ਵਾਲੇ ਜਿੰਨੇ ਵੀ ਸੀਗੇ ਲੀਡਰ ਉੱਥੇ ਸਾਡੇ ਅਕਾਲੀ, ਉਹਨਾਂ ਨੇ ਸਾਰਾ ਕੁਝ ਵਿੱਚੇ ਕਾਂਗਰਸ ਜਿੰਨੇ ਵੀ ਸਿੱਖ ਲੀਡਰ ਸੀ। ਉਸ ਟਾਈਮ 'ਤੇ ਜਦੋਂ ਸਿੱਖ ਜਿਹੜੇ ਫੌਜੀ ਸੀਗੇ ਜੀ, ਸਿੱਖ ਫੌਜੀਆਂ ਦਾ ਜਿਹੜਾ ਬਾਗੀ ਹੋਣਾ, ਜਿਹਨੂੰ ਤੁਸੀਂ ਆਪਣੇ ਨਾਵਲ ਦੇ ਵਿੱਚ ਬਾਗੀ ਕਾਫਲੇ ਵਜੋਂ ਲਿਖਿਆ, ਉਹਦਾ ਕੀ ਕਾਰਨ ਰਿਹਾ ਉਹਨਾਂ ਦੇ ਬਾਗੀ ਹੋਣ ਦਾ? ਬਾਗੀ ਹੋਣ ਦਾ ਕਾਰਨ ਸਭ ਤੋਂ ਪਹਿਲਾਂ 9 ਸਿੱਖ ਭੱਜਦੀ ਹੈ ਲਾਲਗੜ੍ਹ ਤੋਂ। ਕਾਰਨ ਇਹ ਸੀਗਾ ਵੀ ਜਿਹੜਾ ਰੇਡੀਓ ਵਗੈਰਾ ਵੀ ਉਹਨਾਂ ਨੇ ਫੜ ਲਏ ਸੀਗੇ, ਵੀ ਜਿਹੜੀ ਫੌਜ ਨੂੰ ਪਹਿਲਾਂ ਹੀ ਬਾਹਰ ਟ੍ਰੇਨਿੰਗ 'ਤੇ ਲੈ ਗਏ, ਜੈਸਲਮੇਰ ਵੱਲ ਲੈ ਗਏ, ਉੱਧਰ ਘੁਮਾਈ ਫਿਰੇ, ਫਿਰ ਉਹਨਾਂ ਨੂੰ ਕੁਛ ਨਾ ਕੁਛ ਮਾੜਾ ਥੋੜ੍ਹਾ ਬਹੁਤਾ ਪਤਾ ਲੱਗ ਗਿਆ। ਫਿਰ ਕਿਸੇ ਨਾ ਕਿਸੇ ਰਾਹੀਂ ਟੈਲੀਫੋਨ ਰਾਹੀਂ ਪਤਾ ਲੱਗਿਆ ਵੀ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਅਤੇ ਸੰਤ ਸ਼ਹੀਦ ਕਰ ਦਿੱਤੇ ਨੇ, ਕਿਉਂਕਿ ਸੰਤਾਂ ਨਾਲ ਉਸ ਯੂਨਿਟ ਦਾ ਬਹੁਤ ਜ਼ਿਆਦਾ ਪਿਆਰ ਸੀ। ਤਾਂ ਭਾਈ ਤਰਲੋਚਨ ਸਿੰਘ ਜਿਹੜੇ ਸੀਗੇ ਉਹ ਗੁਰਬਚਨ ਸਿੰਘ ਬਾਬਾ ਮਾਨੋਚਾਲ ਦੇ ਸਕੇ ਭਰਾ ਸੀ, ਇਸ ਕਰਕੇ ਉਹਨਾਂ ਦਾ ਬਹੁਤ ਮੋਹ ਸੀ ਟਕਸਾਲ ਨਾਲ, ਅਤੇ ਤਾਂ ਕਰਕੇ ਦੇਖਿਆ ਵੀ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਨਗੇ। ਅਤੇ ਦੂਸਰਾ ਵੁੱਡ ਰੋਜ਼ ਦਾ ਵੀ ਉਹਨਾਂ ਨੂੰ ਪਤਾ ਸੀ ਵੀ ਅੱਗੇ ਜਿਹੜਾ ਹੋ ਰਿਹਾ ਉਹ ਨੁਕਸਾਨ ਬਹੁਤ ਜ਼ਿਆਦਾ ਹੋਊਗਾ, ਅਤੇ ਜੇ ਆਪਾਂ ਕੁਛ ਨਾ ਕੀਤਾ ਤਾਂ ਫਿਰ ਆਪਾਂ ਲਾਹਣਤ ਆਪਣੇ ਸਿੱਖ ਧਰਮ ਦੇ ਵਿੱਚ ਪੈਦਾ ਹੋ ਜਾਂਦਾ। ਜੇ ਆਪਣਾ ਦਰਬਾਰ ਸਾਹਿਬ ਹੀ ਢਾਤਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਉਹਨਾਂ ਨੇ ਸਹੁੰ ਖਵਾਈ ਹੈ ਸੈਂਟਰ ਦੇ ਵਿੱਚ ਰੋਟੀ ਕਰਨ ਤੋਂ ਬਾਅਦ, ਉਸੇ ਗੁਰੂ ਗ੍ਰੰਥ ਸਾਹਿਬ 'ਤੇ ਜਦੋਂ ਗੋਲੀਆਂ ਚਲਾਤੀਆਂ, ਫਿਰ ਆਪਣੀ ਕਿਹੜੀ ਫੌਜ ਰਹਿ ਗਈ ਅਤੇ ਕੀ ਆਪਾਂ ਇਹਨਾਂ ਦਾ ਤਨਖਾਹ ਤੋਂ ਲੈਣਾ? ਇਸ ਲਈ ਆਪਾਂ ਹੁਣ ਕੁਛ ਨਾ ਕੁਛ ਕਰਕੇ ਦਿਖਾਈਏ, ਇਹ ਉਹਨਾਂ ਦੇ ਮਨ 'ਚ ਆਇਆ। ਉਸ ਟਾਈਮ 'ਤੇ ਤੁਹਾਡਾ ਕੀ ਰੋਲ ਰਿਹਾ ਜੀ? ਤੁਸੀਂ ਜੋ ਵੀ ਮੂਵਮੈਂਟ ਚੱਲਦੀ ਹੈ ਉਹਦੇ ਵਿੱਚ ਕਿਤੇ ਹਿੱਸਾ ਲਿਆ? ਨਹੀਂ, ਮੈਂ ਤਾਂ ਸਿਰਫ ਉਹ ਦੇਖਿਆ ਸੀਗਾ। ਮੈਂ ਸੁਬਾਹ ਜਦੋਂ ਗਿਆ ਉਦੋਂ ਕੋਈ ਗੱਲ ਨਹੀਂ ਸੀ, ਅਤੇ ਅਗਲੇ ਦਿਨ ਜਦੋਂ ਮੈਂ ਗਿਆ ਤਾਂ ਉੱਥੇ ਕਾਂ ਪਈ ਜਾਂਦੇ ਸੀਗੇ, ਮੰਨ ਲਓ ਵਿਹਲੀ ਪਈ ਸੀ ਸਾਰੀ ਛਾਉਣੀ, ਅਤੇ ਸਾਰੇ ਨਾਕੇ ਲੱਗ ਚੁੱਕੇ ਸੀਗੇ, ਥਾਂ ਜਿਹੜੇ ਸੰਤਰੀ ਖੜੋਤੇ ਸੀਗੇ, ਕਿਸੇ ਨੂੰ ਅੰਦਰ ਨਹੀਂ ਛਾਉਣੀ ਨਹੀਂ ਜਾਣ ਦੇਣ ਜਾ ਰਹੇ ਸੀਗੇ, ਅਤੇ ਜਿਹੜੀ ਸੜਕ ਸੀ ਉਹਦੇ 'ਤੇ ਵੀ ਥਾਂ ਬੈਰੀਅਰ ਲੱਗੇ ਹੋਏ ਸੀਗੇ। ਫਿਰ ਮੈਨੂੰ ਪਤਾ ਲੱਗਿਆ ਵੀ ਰਾਤ ਜਿਹੜੀ ਫੌਜ ਬਾਗੀ ਹੋ ਗਈ ਹੈ। ਜਦੋਂ ਫੌਜ ਬਾਗੀ ਹੋ ਜਾਂਦੀ ਹੈ ਜੀ, ਉਸ ਤੋਂ ਬਾਅਦ ਉਹਦਾ ਕੀ ਰੋਲ ਰਿਹਾ ਜਿਹੜੇ ਬਾਗੀ ਫੌਜੀ ਸੀਗੇ?
ਬਾਗੀ ਫੌਜੀਆਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ, ਨਾ ਕੋਈ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਕਿਸੇ ਦਾ ਕੋਈ ਮਸਲਾ ਨਹੀਂ ਸੀਗਾ। ਉਹਨਾਂ ਦੇ ਮਨ 'ਤੇ ਇਹੀ ਸੀਗਾ ਵੀ ਅਸੀਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ 'ਤੇ ਦਰਬਾਰ ਸਾਹਿਬ ਹੀ ਜਾਣਾ ਅਤੇ ਉੱਥੇ ਜਾ ਕੇ ਉਹਨਾਂ ਨੂੰ ਰੋਕਣਾ, ਲੜ ਕੇ ਮਰ ਜਾਵਾਂਗੇ ਪਰ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਸ਼ਿਕਸਤ ਦੇਣੀ ਹੈ, ਜਿਨ੍ਹਾਂ ਨੇ ਸਾਡੇ ਉਸ ਪਵਿੱਤਰ ਦਰ 'ਤੇ, ਸਾਡੇ ਮੱਕੇ ਦੇ ਉੱਤੇ, ਸਾਡੇ ਜਿਹੜਾ ਸੀਨੇ ਦੇ ਉੱਤੇ ਜਿਨ੍ਹਾਂ ਨੇ ਵਾਰ ਕੀਤਾ, ਅਸੀਂ ਉੱਥੇ ਪਹੁੰਚਣਾ ਹਰ ਹਾਲਤ। ਇਹ ਉਹਨਾਂ ਦੇ ਮਨ 'ਚ ਸੀਗੀ, ਹੋਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਜਿੰਨੀਆਂ ਵੀ ਯੂਨਿਟਾਂ ਭੱਜੀਆਂ ਨੇ, ਕਿਉਂਕਿ ਮੈਂ ਤਕਰੀਬਨ ਯੂਨਿਟਾਂ ਦਾ ਵੇਰਵਾ ਦਿੱਤਾ ਹੈ, ਅਤੇ ਅਗਲੀ ਕਿਤਾਬ ਦੇ ਵਿੱਚ ਮੈਂ ਜਿਹੜੀਆਂ ਬਾਕੀ ਰਹਿ ਗਈਆਂ, ਜਿਸ ਤਰ੍ਹਾਂ 166 RT ਭੱਜੀ ਹੈ ਬੀਨਾਗੁੜੀ ਤੋਂ, ਜਾਂ 177 ਜਿਹੜੀ ਹੈ ਭੱਜੀ ਹੈ ਭਰਤਪੁਰ ਤੋਂ, ਜਾਂ 2669 ਬਬੀਨੇ ਤੋਂ ਭੱਜੀ ਹੈ। ਕਾਫੀ ਯੂਨਿਟਾਂ ਭੱਜੀਆਂ ਨੇ ਤੋਪਖਾਨੇ ਦੀਆਂ, ਜਾਂ ਇੱਕ ਟੈਂਕਰ ਸਾਲਾ ਭੱਜਣਾ ਸੀਗਾ, ਦੂਸਰੀਆਂ ਇਨਫੈਂਟਰੀਆਂ ਭੱਜੀਆਂ ਨੇ ਵੱਖ ਵੱਖ। ਉਹ ਸਾਰਿਆਂ ਦਾ ਵੇਰਵਾ ਦਿੱਤਾ ਮੈਂ ਕਿਉਂਕਿ ਮੇਰੇ ਅੰਦਰ ਦਰਦ ਸੀ ਵੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਵਾਂ, ਜਿਨ੍ਹਾਂ ਨੂੰ ਤੁਸੀਂ ਮੂਰਖ ਕਹਿੰਦੇ ਹੋ, ਜਿਨ੍ਹਾਂ ਨੂੰ ਕਹਿੰਦੇ ਇਹਨਾਂ ਨੂੰ ਅਕਲ ਨਹੀਂ। ਜੇ ਇਹ ਅਕਲ ਵਾਲੇ ਹੁੰਦੇ ਤਾਂ ਫਿਰ ਇਹ ਵੀ ਹੱਥ ਖੜੇ ਕਰਕੇ ਬਾਹਰ ਆ ਜਾਂਦੇ, ਜਾਂ ਇਹ ਵੀ ਅੱਜ ਕਰਨਲ ਜਾਂ ਕੋਈ ਮੰਨ ਲਓ ਸੂਬੇਦਾਰ, ਕੋਈ ਕੈਪਟਨ ਰਿਟਾਇਰ ਆਉਂਦੇ। ਪਰ ਜਿਨ੍ਹਾਂ ਨੂੰ ਤੁਸੀਂ ਬੇਅਕਲ ਕਹਿੰਦੇ ਹੋ, ਉਹਨਾਂ ਬੇਅਕਲਾਂ ਨੇ ਹੀ ਸਾਡੀ ਜਾਨ ਬਚਾਈ ਆ। ਅਕਲ ਵਾਲਿਆਂ ਨੇ ਸਾਨੂੰ ਬਰਬਾਦ ਕੀਤਾ। ਉਹਨਾਂ ਨੇ ਇੱਕ ਵਾਰੀ ਕਹਿਤਾ ਬੈਰਕਾਂ ਛੱਡ ਕੇ ਆ ਜਾਓ, ਮੁੜ ਕੇ ਉਹਨਾਂ ਫੌਜੀਆਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ। ਉਹਨਾਂ ਸੀਪਰਾਂ ਨਾਲੋਂ ਵੀ ਉਹਨਾਂ ਦੀ ਭੈੜੀ ਹਾਲਤ ਹੋ ਗਈ ਹੈ, ਬਹੁਤ ਰੁਲ ਕੇ ਮਰ ਗਏ ਨੇ, ਕਈ ਵਿਚਾਰੇ ਬਿਮਾਰੀਆਂ ਨਾਲ ਮਰ ਗਏ ਨੇ। ਕੁਛ ਵੀ ਇਸ ਸਰਕਾਰਾਂ ਨੇ ਨਹੀਂ ਦਿੱਤਾ, ਭਾਵੇਂ ਕਿਸੇ ਦਾ ਵੀ ਰਾਜ ਰਿਹਾ ਸਿੱਖ ਦਾ ਹੀ ਰਾਜ ਹੈ, ਭਾਵੇਂ ਉਹ ਕਾਂਗਰਸ ਹੈ ਅਤੇ ਭਾਵੇਂ ਉਹ ਅਕਾਲੀ ਹੈ। ਤਕਰੀਬਨ ਅਕਾਲੀਆਂ ਦਾ ਰੋਲ ਜ਼ਿਆਦਾ ਰਿਹਾ, ਪਰ ਉਹਨਾਂ ਨੇ ਇਹਨਾਂ ਦੀ ਕੁਰਬਾਨੀ ਦਾ ਮਜ਼ਾਕ ਉਡਾਇਆ। ਧਰਮੀ ਫੌਜੀ ਕਹਿ ਕੇ ਦਿੱਤਾ ਕੱਖ ਨਹੀਂ ਇਹਨਾਂ ਨੂੰ। ਕੋਈ ਫੌਜੀ ਜਿਹੜਾ ਧਰਮੀ ਫੌਜੀ ਕਹੇ ਜਾਂਦੇ ਆ ਜੀ, ਤੁਹਾਡੇ ਸੰਪਰਕ 'ਚ ਆਇਆ ਵੀ ਉਹਨਾਂ ਦੇ ਕੀ ਹਾਲਾਤ, ਜਾਂ ਤੁਹਾਡੇ ਸੰਪਰਕ 'ਚ ਕੋਈ ਆਇਆ, ਜਾਂ ਤੁਸੀਂ ਕਿਸੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ? ਹਾਂਜੀ, ਬਹੁਤ ਮਿਲਦੇ ਨੇ। ਦਰਬਾਰਾ ਸਿੰਘ ਨਾਲ ਮੇਰੀ ਚੰਗੇ ਉੱਠ ਬੈਠ ਹੈ, ਸ਼ੂਸ਼ਕ ਪਿੰਡ ਦੇ ਆ। ਉਹ ਤਾਂ ਵੈਸੇ 84 ਦੇ ਬਾਗੀ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਕੋਰਟ ਮਾਰਸ਼ਲ ਹੋ ਗਿਆ ਸੀਗਾ। ਉਸ ਤੋਂ ਬਾਅਦ ਉਹ 23 ਸਾਲ ਸਜ਼ਾ ਕੱਟ ਕੇ ਆਏ ਨੇ, ਅਤੇ ਘਰ ਦੀ ਬੁਰੀ ਹਾਲਤ ਹੈ। ਜਾਂ ਹੋਰ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਡਿਊਟੀਆਂ ਕਰਦੇ ਨੇ, ਜਿਸ ਤਰ੍ਹਾਂ ਜਗਤਾਰ ਸਿੰਘ ਹੋ ਗਿਆ 9 ਸਿੱਖ ਦਾ, ਜਾਂ ਸੁਖਪਾਲ ਸਿੰਘ 18 ਸਿੱਖ ਦਾ, ਸਰੂਪ ਸਿੰਘ ਇੱਕ RT ਦਾ। ਇਸ ਤਰ੍ਹਾਂ ਵੱਖਰੇ ਵੱਖਰੇ ਸਾਰੇ ਫੌਜੀਆਂ ਦੀ ਹਾਲਤਾਂ ਐਡੀ ਚੰਗੀ ਹਾਲਤ ਨਹੀਂ ਗੀ। ਠੀਕ ਹੈ, ਦਿਨ ਤਾਂ ਸਭ ਨੇ ਕੱਟਣੇ, ਦਿਨ ਤਾਂ ਉਹ ਵੀ ਭਗਤ ਸਿੰਘ ਦਾ ਪਰਿਵਾਰ ਵੀ ਕੱਟੀ ਜਾਂਦਾ, ਊਧਮ ਸਿੰਘ ਦਾ ਪਰਿਵਾਰ ਵੀ ਕੱਟੀ ਜਾਂਦਾ। ਉਹੀ ਹਾਲਤ ਸਾਡੇ ਇਹਨਾਂ ਧਰਮੀ ਫੌਜੀਆਂ ਦੀ ਹੋਈ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਲਈ ਆਪਣਾ ਆਪ ਕੁਰਬਾਨ ਕੀਤਾ। ਪਰ ਨਾਲ ਮੈਂ ਇੱਕ ਗੱਲ ਹੋਰ ਕਹਿ ਦਿਆਂ, ਜਦੋਂ ਵੀ ਜਿੰਨੀਆਂ ਯੂਨਿਟਾਂ ਭੱਜੀਆਂ ਨੇ ਉਹ ਸਾਰੇ ਸਿੱਖ ਰੈਜੀਮੈਂਟਾਂ ਹੀ ਭੱਜੀਆਂ ਨੇ, ਅਤੇ SC ਰੈਜੀਮੈਂਟ ਇੱਕ ਵੀ ਨਹੀਂ ਭੱਜੀ। ਸਿੱਖ LI ਜਿਹੜੀ ਸਿੱਖ ਲਾਈਟ ਇਨਫੈਂਟਰੀ, ਉਹਦੇ 'ਚ ਇੱਕ ਜਵਾਨ ਵੀ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਗੀ, ਅਤੇ ਉਲਟਾ ਇੰਦਰਾ ਗਾਂਧੀ ਦੇ ਚੇਲੇ ਬਣ ਕੇ ਬੈਠ ਗਏ। ਜਾਂ ਬੰਬੇ ਇੰਜੀਨੀਅਰ ਜਿਹੜੀ ਸੀ, ਉਹਦੇ 'ਚ ਵੀ ਕੋਈ ਜਵਾਨ ਨਹੀਂ ਭੱਜਿਆ। ਹਾਲਾਂਕਿ ਬੰਗਾਲ ਇੰਜੀਨੀਅਰ 'ਚੋਂ ਪੂਨੇ ਤੋਂ ਭੱਜਿਆ ਸੀਗਾ ਭਾਈ ਪ੍ਰਤਾਪ ਸਿੰਘ, 14 ਪੰਜਾਬ ਦੇ ਨਾਲ ਉਹ ਆਇਆ। ਹੋਰ ਵੀ ਬਹੁਤ ਸਾਰੇ ਸਿੰਘ ਹੈ। ਇਹ ਚੀਜ਼ ਦੇਖਣ ਵਾਲੀ ਮੈਂ ਨੋਟ ਕੀਤੀ ਹੈ ਵੀ ਬੜਾ ਦੁੱਖ ਹੈ ਜਦੋਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਜਾਂ ਸਾਂਝਾ ਸਾਹਿਬ ਬਾਪ ਮਾਰਾ ਨੌ ਨ ਤੇਰਾ ਖੁੱਟ ਭੰਡਾਰਾ, ਸਭੇ ਸਾਂਝੀ ਵਾਲਸਦਾਇਨ ਤੂੰ ਕਿਸੇ ਨਾ ਦੇ ਸਵਾਰਾ ਜੀਓ। ਪਰ ਇਹ ਹੋਇਆ ਉਲਟ। ਪਤਾ ਨਹੀਂ ਇਸ ਨਹਿਰੂ ਪਰਿਵਾਰ ਨੇ ਸਾਨੂੰ 2 ਭਾਗਾਂ 'ਚ ਪਾੜਤਾ, ਕਿਉਂਕਿ ਅੰਗਰੇਜ਼ਾਂ ਵੇਲੇ ਇਕੱਲੀ ਸਿੱਖ ਰੈਜੀਮੈਂਟ ਸੀ। ਅੰਗਰੇਜ਼ਾਂ ਤੋਂ ਬਾਅਦ ਇਸ ਨਹਿਰੂ ਪਰਿਵਾਰ ਨੇ ਸਾਨੂੰ ਜਾਤੀ ਤੌਰ 'ਤੇ 2 ਹਿੱਸਿਆਂ 'ਚ ਵੰਡ ਲਿਆ। ਇੱਕ ਸਿੱਖ ਰੈਜੀਮੈਂਟ ਬਣਾ ਦਿੱਤੀ, ਇੱਕ ਸਿੱਖ LI ਬਣਾ ਦਿੱਤੀ, ਲਾਈਟ ਇਨਫੈਂਟਰੀ। ਇਹ ਛੋਟੀ ਜਾਤ, ਸਾਡੇ ਤਾਂ ਜਾਤਾਂ ਕੋਈ ਹੈ ਹੀ ਨਹੀਂ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਸਾਰੇ ਸਿੱਖ ਹਾਂ, ਪਰ ਇਹ ਫਾਇਦਾ ਉਠਾ ਗਏ ਉਹਦੇ ਵਿੱਚ। ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਕੁਛ ਜਿਹੜੀਆਂ ਸੀਗੀਆਂ ਯੂਨਿਟਾਂ ਨਹੀਂ ਭੱਜੀਆਂ, ਜਿਹੜੇ ਭੱਜ ਕੇ ਆਏ ਧਾਰਮਿਕ ਤੌਰ 'ਤੇ, ਜਿਹੜੇ ਧਾਰਮਿਕ ਸਾਡੀਆਂ ਸੰਸਥਾਵਾਂ ਸੀਗੀਆਂ, ਉਹਨਾਂ ਲਈ ਕੁਛ ਕੀਤਾ? ਉਹਨਾਂ ਨੇ ਕੁਛ ਨਹੀਂ ਕੀਤਾ ਗਾ, ਬਸ ਸਰੋਪੇ ਪਾਤੇ 60 ਰੁਪਈਆਂ ਦੇ ਗਲ 'ਚ, ਲਓ ਜੀ ਇਹਨੂੰ ਸਨਮਾਨਿਤ ਕੀਤਾ ਜਾਂਦਾ, ਕੌਮ ਲਈ ਕੁਰਬਾਨੀ ਕੀਤੀ ਹੈ, ਧਰਮੀ ਫੌਜੀ ਆ। ਉਸ ਤੋਂ ਬਾਅਦ ਨਾ ਤਾਂ ਉਹਨਾਂ ਦਾ ਕੋਈ ਬੱਚਾ ਨੌਕਰੀ ਲਾਇਆ, ਨਾ ਉਹਨਾਂ ਦੀ ਕੋਈ ਸਾਰ ਸੰਭਾਲ ਕੀਤੀ ਹੈ। ਬਹੁਤ ਰੁਲਦੇ ਫਿਰਦੇ ਨੇ, ਅਜੇ ਵੀ ਜਿਉਂਦੇ ਨੇ ਉਹ, ਜਿਹੜੇ ਕਿ ਸਹਿ ਕੇ ਆਪਣੀ ਜ਼ਿੰਦਗੀ ਨੂੰ ਕੱਢ ਰਹੇ ਨੇ। ਕੱਲ੍ਹ ਹੀ ਮੈਨੂੰ ਇੱਕ ਫੌਜੀ ਮਿਲਿਆ 6 ਸਿੱਖ ਦਾ ਸੀਗਾ, ਸੈਂਟਰ ਦਾ ਪਕੌੜਾ। ਉਹ ਕਹਿੰਦਾ ਕੁਛ ਵੀ ਪੱਲੇ ਨਹੀਂ ਗਾ ਸਾਡੇ। ਅਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਕਿਹਾ ਕੁਛ ਯੂਨਿਟਾਂ ਜਿਹੜੀਆਂ ਸੀਗੀਆਂ ਵੀ ਉਹ ਨਹੀਂ ਭੱਜੀਆਂ, ਕੀ ਉਹਨਾਂ ਨੂੰ ਇਹ ਪਤਾ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੀ ਸਾਰ ਨਹੀਂ ਲਈ ਜਾਣੀ, ਅਸੀਂ ਜਿਹੜੇ ਹੈਗੇ ਆ ਇਮੋਸ਼ਨਲੀ ਤੌਰ 'ਤੇ ਜੇ ਇੱਥੋਂ ਭੱਜ ਜਾਂਗੇ ਬਾਗੀ ਹੋ ਕੇ, ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾਲ ਵਾਪਰਨਾ ਹੈ,
ਕੀ ਕਿਤੇ ਇਹ ਲੱਗਦਾ ਵੀ ਉਹਨਾਂ ਨੂੰ ਥੋੜ੍ਹਾ ਉਸ ਗੱਲ ਦੀ ਭਿਣਕ ਸੀ ਕਿ ਬਾਅਦ ਦੇ ਵਿੱਚ ਕੀ ਵਾਪਰੂਗਾ ਸਾਡੇ ਨਾਲ, ਜਾਂ ਸਾਡੀ ਪੁੱਛਗਿੱਛ ਨਹੀਂ ਰਹਿਣੀ ਜਿਹੜੇ ਨਹੀਂ ਭੱਜੇ? ਨਹੀਂ, ਉਹ ਜਾਤੀ ਤੌਰ 'ਤੇ ਉਹ ਕਹਿੰਦੇ ਉਹ ਤਾਂ ਜੱਟਾਂ ਦਾ ਦਿਮਾਗ ਹਿੱਲਿਆ, ਉਹ ਉਹਨਾਂ ਨੂੰ ਜਾਣਦੇ ਆਪਾਂ ਕੀ ਰਹਿਣਾ, ਆਪਾਂ ਨੂੰ ਤਾਂ ਇੰਦਰਾ ਜੀ ਨੇ ਆਹ ਬਹੁਤ ਕੁਛ ਦਿੱਤਾ, ਇੰਨਾ ਕੁਛ ਦਿੱਤਾ ਹੈ ਆਪਾਂ ਨੂੰ, ਕਿੰਨੀਆਂ ਸਹੂਲਤਾਂ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਵੀ ਇਹ ਸਿੱਖੀ ਦਾ ਕੰਮ ਹੈ, ਬਸ ਇਹੀ ਉਹਨਾਂ ਦੇ ਦਿਮਾਗ 'ਚ ਚੱਚੀ ਹੋਈ ਸੀਗੀ। ਇਹ ਦੂਰ ਤਾਂ ਦੇਸ਼ੀ ਤਾਂ ਸੋਚੀ ਨਹੀਂ ਨਾ ਵੀ ਕੀ ਹੋਊਗਾ। ਕਦੇ ਭਗਤ ਸਿੰਘ ਨੇ ਸੋਚਿਆ ਵੀ ਮੈਂ ਫਾਂਸੀ ਚੜ੍ਹ ਗਿਆ ਮੈਨੂੰ ਗਾਂਧੀ ਹੋਰੀ ਕੀ ਦੇਣਗੇ, ਜਾਂ ਸਤਵੰਤ ਸਿੰਘ ਨੇ ਬੇਅੰਤ ਸਿੰਘ ਨੇ ਸੋਚਿਆ ਸੀ ਵੀ ਜੇ ਇੰਦਰਾ ਗਾਂਧੀ ਮਾਰਤੀ ਤੇ ਸਾਡੇ ਬੱਚਿਆਂ ਨਾਲ ਕੀ ਹੋਊਗਾ? ਇਹ ਤਾਂ ਸੋਚਿਆ ਨਹੀਂ ਉਹਨਾਂ ਨੇ। ਇਹ ਤਾਂ ਅਣਖ ਹੈ, ਅਣਖ ਥੋੜ੍ਹੀ ਸੋਚਦੀ ਹੁੰਦੀ ਹੈ। ਉਹਨਾਂ ਦੀ ਅਣਖ ਖਤਮ ਕਰਤੀ। 18 ਸਿੱਖ ਵਾਲਿਆਂ ਨੇ ਮੈਨੂੰ ਦੱਸਿਆ, ਕਹਿੰਦੇ 5 ਸਿੱਖ ਐਲ ਆਈ ਸਾਡੇ ਕੋਲੇ ਬੈਠੀ, ਅਸੀਂ ਗਾਲਾਂ ਵੀ ਦਿੱਤੀਆਂ ਵੀ ਆ ਜਾਓ, ਕਹਿੰਦੇ ਅਸੀਂ ਨਹੀਂ ਜਾਂਦੇ ਜੀ, ਅਸੀਂ ਇੰਦਰਾ ਜੀ ਦੇ ਵਿਰੁੱਧ ਨਹੀਂ ਹੁੰਦੇਗੇ। ਨਹੀਂ, ਫੌਜ ਜਿਹੜੀ ਹੈਗੀ ਉਹ ਆਪਦੇ ਕਮਾਂਡਰ ਦੇ ਉਲਟ ਨਹੀਂ ਹੋਈ। ਉਹ ਕੁਛ ਜਿਹੜੇ ਹੋ ਗਏ ਸੀਗੇ ਉਹਦੇ ਵਿੱਚ ਇਹ ਹੈ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਹੁਣ ਜਿਹੜੀਆਂ ਧਾਰਮਿਕ ਸੰਸਥਾਵਾਂ ਹੈ ਕਾਫੀ ਹੁਣ ਤਾਂ ਜਿਹੜੀਆਂ ਬਣ ਗਈਆਂ, ਵਿਦੇਸ਼ਾਂ ਤੋਂ ਵੀ ਲੋਕਾਂ ਦੇ ਵੱਡੇ ਵੱਡੇ ਬਿਆਨ ਆਉਂਦੇ ਆ, ਉਹਨਾਂ ਦੇ ਵਿੱਚੋਂ ਵੀ ਕੋਈ ਖੜੀਆਂ ਬਹੁਤ ਗੱਲਾਂ ਕਰਦੇ ਲੋਕ। ਹਾਂ, ਬਹੁਤ ਕਈਆਂ ਨੇ ਸਹਾਇਤਾ ਦਿੱਤੀ, ਇਹੋ ਜਿਹੀ ਗੱਲ ਨਹੀਂ ਗੀ। ਮੰਨ ਲਓ ਨਗਰਾਂ ਦੇ, ਜਿਨ੍ਹਾਂ ਨਗਰਾਂ ਦੇ ਫੌਜੀ ਸੀ ਉਹਨਾਂ ਨਗਰਾਂ ਨੇ ਉਹਨਾਂ ਦੀ ਮਦਦ ਕੀਤੀ, ਡਟ ਕੇ ਕੀਤੀ, ਜਿੰਨਾ ਕਿ ਵੀ ਹੋਇਆ ਉਹਨਾਂ ਦੀ ਕੋਸ਼ਿਸ਼ ਕੀਤੀ ਮਦਦ। ਮੰਨ ਲਓ ਪੈਰਾਂ 'ਤੇ ਖੜ੍ਹੇ ਕੀਤੇ ਆ ਕਰਕੇ, ਭਾਵੇਂ ਉਹਨਾਂ ਦੀਆਂ ਤਨਖਾਹਾਂ ਬੰਦ ਹੋ ਗਈਆਂ, ਪੈਨਸ਼ਨਾਂ ਮਰ ਗਈਆਂ, ਜਾਂ ਫੰਡ ਵੀ ਕਈਆਂ ਨੂੰ ਨਹੀਂ ਮਿਲਿਆ ਗਾ, ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਨਗਰਾਂ ਦੇ ਲੋਕਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ। ਪਰ ਉਹ ਸਤਿਕਾਰਯੋਗ ਹੈ, ਕੌਮ ਦੀ ਨਿਗਾਹ 'ਚ ਤਾਂ ਧਰਮੀ ਫੌਜੀ ਵੱਜਦੇ, ਭਾਵੇਂ ਕੁਛ ਵੀ ਨਹੀਂ ਮਿਲਿਆ। ਤੁਹਾਡਾ ਉਸ ਟਾਈਮ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨਾਲ ਮੁਲਾਕਾਤ ਹੋਈ? ਨਹੀਂ, ਬਿਲਕੁਲ ਵੀ ਨਹੀਂ। ਇਹ ਜਿਹੜਾ ਤੁਸੀਂ ਇੱਕ ਨਾਵਲ ਲਿਖਿਆ ਜੀ ਬਾਗੀ ਕਾਫਲੇ, ਜਿਹੜੇ ਕਿ ਬਾਗੀ ਫੌਜੀਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਕੋਈ ਤੁਸੀਂ ਹੋਰ ਕੁਛ ਲਿਖਿਆ? ਹਾਂ, ਗੁਰਮੁਖ ਸੱਚੀ ਆਸ਼ਕੀ ਪਹਿਲਾਂ ਇੱਕ ਨਾਵਲ ਲਿਖਿਆ, ਜਾਂ ਮੇਰੇ ਆਰਟੀਕਲ ਲੱਗਦੇ ਰਹਿੰਦੇ ਆ, ਭੇਜਦੇ ਦੇ ਮੈਗਜ਼ੀਨ ਚਲਾਉਂਦੇ ਆ ਭਾਈ ਬਲਜੀਤ ਸਿੰਘ ਖਾਲਸਾ, ਉਹਨਾਂ ਨੇ ਇਹ ਛਾਪਿਆ, ਕਿਉਂਕਿ ਆਮ ਛਾਪ ਦੇ ਪੈਸੇ ਬੜੇ ਮੰਗਦੇ ਸੀ, ਪਰ ਉਹਨਾਂ ਨੇ ਸੇਵਾ ਤੌਰ 'ਤੇ ਇਹ ਛਾਪਿਆ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਬੀਬੀ ਸੰਦੀਪ ਕੌਰ ਦਾ ਅਤੇ ਭਾਈ ਦਲਜੀਤ ਸਿੰਘ ਬੰਗਾਰ ਵਾਲਿਆਂ ਦਾ, ਜਿਨ੍ਹਾਂ ਨੇ ਇਹ ਉਤਸ਼ਾਹਿਤ ਕੀਤਾ। ਮੈਨੂੰ ਹੌਸਲਾ ਹੋਇਆ ਵੀ ਮੇਰੀ ਕਲਮ ਲੋਕਾਂ ਤੱਕ ਪਹੁੰਚੀ, ਮੇਰਾ ਦਰਦ ਜਿਹੜਾ ਸੀ ਮੇਰੇ ਅੰਦਰ ਫੌਜੀਆਂ ਬਾਰੇ ਉਹ ਲੋਕਾਂ ਤੱਕ ਪਹੁੰਚਿਆ। ਜਦੋਂ ਇਹ ਆਪਰੇਸ਼ਨ ਬਲੂ ਸਟਾਰ ਚੱਲ ਰਿਹਾ ਸੀਗਾ ਜੀ, ਉਸ ਟਾਈਮਾਂ ਦੇ ਜਿਹੜੇ ਹਾਲਾਤ ਸੀਗੇ ਪੰਜਾਬ ਦੇ, ਕਿਸ ਤਰ੍ਹਾਂ ਦੇ ਹਾਲਾਤ ਸੀ? ਕਿਉਂਕਿ ਤੁਸੀਂ ਤਾਂ ਅੱਖੀਂ ਵੇਖਿਆ ਸਾਰਾ ਕੁਛ। ਉਦੋਂ ਪਿੰਡਾਂ ਦੇ, ਸ਼ਹਿਰਾਂ ਦੇ ਅਤੇ ਜਿਹੜੇ ਆਮ ਲੋਕ ਸੀਗੇ, ਜਾਂ ਜਿਹੜੇ ਅੰਮ੍ਰਿਤਧਾਰੀ ਸਿੰਘ ਸੀਗੇ, ਉਦੋਂ ਪੰਜਾਬ ਦੇ ਕਿਹੋ ਜਿਹੇ ਹਾਲਾਤ ਸੀ? ਥੋੜ੍ਹਾ ਜਿਹਾ ਉਹਦੇ 'ਤੇ ਵੀ ਝਾਤੀ ਮਾਰੋ। ਉਦੋਂ ਪੰਜਾਬ ਦੇ ਹਾਲਤ ਐਡੇ ਚੰਗੇ ਨਹੀਂ ਸੀ। ਪੰਜਾਬ ਕਿਉਂਕਿ ਦਬਾਇਆ ਜਾ ਰਿਹਾ ਸੀ ਪਹਿਲਾਂ ਤੋਂ ਹੀ, ਪਰ ਉਹ ਪਤਾ ਨਹੀਂ ਪਰਮੇਸ਼ਰ ਨੇ ਜਾਂ ਅਕਾਲ ਪੁਰਖ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਇਹੋ ਜਿਹਾ ਸਾਡੇ ਅੰਦਰ ਸ਼ਕਤੀ ਭਰੀ ਹੋਈ ਸੀ ਕਿ ਹਰ ਇੱਕ ਨੂੰ ਹੌਸਲਾ ਹੀ ਹੁੰਦਾ ਸੀ। ਮੌਤ, ਜੇ ਕੋਈ ਆਪ ਦਾ ਪੁੱਤ ਵੀ ਸ਼ਹੀਦ ਹੋ ਜਾਂਦਾ, ਕਦੇ ਮਾਂ ਨਹੀਂ ਮੈਂ ਰੋਂਦੀ ਦੇਖੀ, ਸਗੋਂ ਹੱਸਦੇ ਸਾਡਾ ਪੁੱਤ ਸ਼ਹੀਦ ਹੋ ਗਿਆ, ਕਿਸੇ ਦਾ ਭਰਾ ਸ਼ਹੀਦ ਹੋ ਗਿਆ, ਕਿਸੇ ਦਾ ਬਾਪ ਸ਼ਹੀਦ ਹੋ ਗਿਆ, ਉਦੋਂ ਕਿਸੇ ਨੂੰ ਨਹੀਂ ਇਹ ਸੀਗਾ। ਪਰ ਹੁਣ ਆ ਕੇ ਅਸੀਂ ਹਾਰ ਗਏ। ਕਿਤੋਂ ਸੈਂਟਰ ਸਰਕਾਰ ਤੋਂ ਨਹੀਂ, ਅਸੀਂ ਆਪਣਿਆਂ ਤੋਂ ਹਾਰ ਗਏ, ਜਿਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ ਅਤੇ ਉਲਟਾ ਆਪ ਰਾਜਗੱਦੀਆਂ 'ਤੇ ਬਹਿ ਗਏ। ਹੁਣ ਤਾਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਪਿੱਛੇ ਧਰਮੀ ਫੌਜੀ ਭਗੌੜੇ ਹੋਏ, ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ, ਅਤੇ ਸਗੋਂ ਉਹਨਾਂ ਨੇ ਜਿਹੜਾ ਸੀ ਰਾਜਨੀਤਿਕ ਲੋਕਾਂ ਨੇ ਉਸ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਹੁਣ ਗਲੀਆਂ 'ਚ ਰੋਲਦਾ, ਹੁਣ ਤਾਂ ਗੱਲ ਭਰੀ ਹੈ। ਅੱਛਾ ਬਾਬਾ ਜੀ, ਗੱਲ ਇਹ ਹੈ ਵੀ ਫੌਜ ਵੀ ਜਿਹੜੀ ਹੈਗੀ ਹੈ ਬਾਗੀ ਹੋ ਜਾਂਦੀ ਹੈ, ਪੰਜਾਬ ਦੇ ਨੌਜਵਾਨ ਵੀ ਬਾਗੀ ਹੋ ਜਾਂਦੇ ਆ, ਖਾੜਕੂਬਾਦ ਦੀ ਲਹਿਰ ਚੱਲਦੀ ਹੈ, ਉਹਦੇ ਵਿੱਚ ਸ਼ਾਮਲ ਹੁੰਦੇ ਆ। ਪਰ ਇਹ ਸਾਰੇ ਘਟਨਾਕ੍ਰਮ ਦਾ ਪੰਜਾਬ ਨੂੰ ਕੀ ਫਾਇਦਾ ਹੁੰਦਾ, ਅਤੇ ਜਾਂ ਇਹਦਾ ਜਿਹੜਾ ਨਤੀਜਾ ਕੀ ਨਿਕਲਦਾ? ਇਹ ਸਾਰਾ ਜਿਹੜਾ ਮੂਵਮੈਂਟ ਚੱਲਦੀ ਹੈ, ਇਹਦੇ ਫੇਲ ਹੋਣ ਦਾ ਕਾਰਨ ਕੀ ਬਣਿਆ? ਇਸ ਦਾ ਸੰਘਰਸ਼ਾਂ 'ਚ ਤਾਂ ਫਾਇਦਾ ਉਦੋਂ ਹੁੰਦਾ ਹੈ ਜਦੋਂ ਆਜ਼ਾਦੀ ਆ ਜਾਵੇ, ਉਹਨੇ ਚੱਕਰ ਤਾਂ ਨੁਕਸਾਨ ਹੀ ਹੁੰਦਾ। ਕਿਉਂਕਿ ਜਦੋਂ ਮਨੁੱਖ ਆਪਣੀ ਆਜ਼ਾਦੀ ਲਈ ਤੁਰਦਾ ਹੈ ਨਾ, ਤਾਂ ਉਹਨੂੰ ਪਤਾ ਹੁੰਦਾ ਵੀ ਇੱਕ ਪਾਸਾ ਹੋਊਗਾ, ਜਾਂ ਮੌਤ ਜਾਂ ਆਜ਼ਾਦੀ। ਬਾਗੀ ਜਿਹੜਾ ਹੁੰਦਾ ਨਾ, ਜਾਂ ਤਾਂ ਬਾਗੀ ਹੋ ਕੇ ਜਾਂ ਰਾਜਗੱਦੀ 'ਤੇ ਬਹਿੰਦਾ ਅਤੇ ਜਾਂ ਫਿਰ ਉਹ ਸ਼ਹੀਦੀ ਪ੍ਰਾਪਤ ਕਰ ਜਾਂਦਾ। ਅਤੇ ਦੂਸਰੀ ਗੱਲ ਜਿਹੜੀ ਹੈਗੀ ਹੈ, ਹਾਂ, ਫੇਲ ਹੋਣ ਦਾ ਕਾਰਨ ਇਹ ਹੈ ਕਿ ਜਿਹੜੀ ਇਹ ਸਰਕਾਰਾਂ ਫੇਲ ਕਰਦੀਆਂ ਹਰ ਮੂਵਮੈਂਟ ਨੂੰ। ਦੇਖੋ ਪਹਿਲਾਂ ਨਕਸਲਾਈਟ ਮੂਵਮੈਂਟ ਚੱਲੀ, ਉਹਨੂੰ ਇਹਨਾਂ ਨੇ ਫੇਲ ਕੀਤਾ, ਜਾਂ ਅੰਗਰੇਜ਼ਾਂ ਵੇਲੇ ਮੂਵਮੈਂਟਾਂ ਚੱਲੀਆਂ, ਉਹਨਾਂ ਨੂੰ ਫੇਲ ਕੀਤਾ। ਗਦਰੀ ਬਾਬੇ ਉੱਠੇ, ਬੱਬਰ ਅਕਾਲੀ ਲਹਿਰ ਉੱਠੀ, ਜਾਂ ਕਾਂਗਰਸ ਲਹਿਰ ਉੱਠੀ, ਜਾਂ ਬੜੀਆਂ, ਉਹਨਾਂ ਨੂੰ ਫੇਲ ਕਰਨ ਵਾਸਤੇ ਸਰਕਾਰਾਂ ਬੜੇ ਹੱਥਕੰਡੇ ਅਪਣਾਉਂਦੀਆਂ ਨੇ। ਇਸ ਕਰਕੇ ਹੱਥਕੰਡੇ ਅਪਣਾਏ ਗਏ। ਵਿੱਚ ਜਿਵੇਂ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾ ਲਈ, ਆਪਦੇ ਬੰਦੇ ਕੇਸ ਦਾੜੀ ਰਖਾ ਕੇ ਭਰਤੀ ਕਰਕੇ ਉਹਨੇ ਲੁੱਟਾਂ ਖੋਹਾਂ ਕਰਾਈਆਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁਟਾਈਆਂ। KPS ਗਿੱਲ ਨੇ ਵੀ ਇਸ ਤਰ੍ਹਾਂ
ਤਰ੍ਹਾਂ ਕੀਤਾ, ਸੁਮੇਧ ਸੈਣੀ ਨੇ ਵੀ ਇਸ ਤਰ੍ਹਾਂ ਕੀਤਾ, ਇੱਕ ਕਾਲੋਂ ਸੀਗਾ ਉਹਨੇ, ਇਹ ਜਿਹਾ ਕੁਛ ਬੜਾ ਕੁਝ ਇਹ ਮੂਵਮੈਂਟ ਫੇਲ ਕਰਨ ਵਾਸਤੇ ਕੀਤਾ ਗਿਆ ਹੈ। ਕੁਛ ਫਿਰ ਸਾਡੇ ਆਪਦੇ ਰਲ ਕੇ ਗੱਦੀਆਂ ਵਾਲੇ ਜਿਨ੍ਹਾਂ ਨੇ ਵੋਟਾਂ ਦਾ ਬਾਈਕਾਟ ਕਰਵਾਤਾ ਸੀ, ਇਸੇ ਅਕਾਲੀਆਂ ਨੇ ਕਰਵਾਇਆ, ਅਤੇ ਉਹਦਾ ਨੁਕਸਾਨ ਕੀ ਹੋ ਕੇ ਹਰਜਾਨਾ, ਕਿਉਂਕਿ ਇਹ ਲੋਕ ਪਹਿਲਾਂ ਤਾਂ ਉਹਨਾਂ ਨੂੰ ਉਠਾ ਲੈਂਦੇ ਨੇ, ਨੌਜਵਾਨਾਂ ਨੂੰ ਵਰਤ ਕੇ, ਅਤੇ ਉਦੋਂ ਬਾਅਦ ਮਰਵਾ ਦਿੰਦੇ ਨੇ। ਇਹ ਇਹਨਾਂ ਦਾ ਕਿੱਤਾ ਜਿਹੜਾ ਹੈਗਾ ਬਣ ਚੁੱਕਿਆ। ਦੂਸਰੀ ਗੱਲ ਹੈ, ਜੇ ਫੌਜ ਨਾ ਭੱਜਦੀ ਤਾਂ ਫਿਰ ਵੁੱਡ ਰੋਜ਼ ਜਿਹੜਾ ਸੀ ਉਹ ਆਪਰੇਸ਼ਨ ਕਰਨਾ ਸੀ, ਜਿਹਦੇ ਨਾਲ 5 ਸਾਲ ਤੋਂ ਲੈ ਕੇ 60-70 ਸਾਲ ਦਾ ਕੋਈ ਵੀ ਸਿੱਖ ਨੌਜਵਾਨ ਨਹੀਂ ਛੱਡਣਾ, ਸਿੱਖ ਮਨੁੱਖ ਨਹੀਂ ਛੱਡਣਾ ਸੀਗਾ। ਇਸ ਕਰਕੇ ਫੌਜ ਭੱਜਣੇ ਕਰਕੇ, ਫੌਜ ਬਾਗੀ ਹੋਣੇ ਕਰਕੇ ਪੰਜਾਬ ਦਾ ਸਾਰੀ ਜਿਹੜੀ ਹੈ ਨੌਜਵਾਨੀ ਬਚ ਗਈ, ਇੱਜ਼ਤ ਬਚ ਗਈ, ਅਤੇ ਸਿੱਖ ਜਿਹੜੇ ਨੇ ਬਚ ਗਏ ਨੇ, ਜਾਨਾਂ ਬਚ ਗਈਆਂ ਨੇ। ਨਹੀਂ ਨੇ ਉਹਨੇ ਬਹੁਤ ਬੁਰਾ ਹੀ ਮੱਥਿਆ ਹੋਇਆ ਸੀ। ਇਸੇ ਕਰਕੇ ਚਲੋ ਮੰਨ ਲੈਂਦੇ ਹਾਂ ਵੀ ਭਿੰਡਰਾਂ ਵਾਲਾ ਅੱਤਵਾਦੀ ਹੈ ਜਾਂ ਭਿੰਡਰਾਂ ਵਾਲਾ ਲੜਾਕਾ ਜਾਂ ਕੁਛ ਵੀ ਹੈ, ਉਹ ਦਰਬਾਰ ਸਾਹਿਬ ਹੈ। ਬਾਕੀ 34 ਗੁਰਦੁਆਰੇ ਪੰਜਾਬ ਦੇ ਕਿਉਂ ਢਾਏ ਗਏ? ਇੱਕ ਸੋਚੀ ਸਮਝੀ ਚਾਲ ਸੀ ਵੀ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈ ਸਿੱਖ ਬੈਠੇ ਨੇ, ਅਤੇ ਜਿਹੜੇ ਮੰਨਣ ਵਾਲੇ ਨੇ ਬਸ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਹੀ ਮਾਰ ਦਿਓ, ਇਹ ਸੋਚ ਸਮਝ ਕੇ ਕੀਤਾ ਗਿਆ। ਇੱਕ ਪਾਸੇ ਗੱਲ ਇਹ ਵੀ ਹੁੰਦੀ ਹੈ ਵੀ ਇੱਕ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਸਰਕਾਰ ਦੀ ਫੌਜ ਹੈ, ਦੂਸਰੇ ਪਾਸੇ ਥੋੜ੍ਹੇ ਜਿਹੇ ਮੁੱਠੀ ਭਰ ਸਿੰਘ ਹੈ, ਕੁਛ ਜਿਹੜੇ ਤੁਹਾਡੇ ਮੁਤਾਬਕ ਵੀ ਗੁੰਮਰਾਹ ਵੀ ਹੋ ਗਏ ਨੌਜਵਾਨ। ਅਤੇ ਕੀ ਇਹ ਨਹੀਂ ਲੱਗਦਾ ਸੀਗਾ ਵੀ ਉਹਨਾਂ ਨੂੰ ਕੀ ਸੋਚ ਸਮਝ ਕੇ ਉਹਨਾਂ ਨੇ ਜਿਹੜੀ ਹੈ ਐਡੀ ਵੱਡੀ ਤਾਕਤ ਨਾਲ, ਐਡੀ ਵੱਡੀ ਫੌਜ ਨਾਲ ਜਿਹੜਾ ਹੈਗੀ ਲੜਾਈ ਲੜਨ ਦੀ? ਦੇਖੋ, ਭਾਈ ਈਸ਼ਰ ਸਿੰਘ ਨੇ ਸੋਚਿਆ ਸੀ ਵੀ ਅੱਗੇ ਲੱਖਾਂ ਦੀ ਫੌਜ ਆ ਪਠਾਣਾਂ ਦੀ, ਅਤੇ ਸਾਰਾਗੜ੍ਹੀ 'ਚ ਅਸੀਂ ਗਿਣਵੇਂ ਹੀ ਬੰਦੇ ਹਾਂ। ਜਾਂ ਚਮਕੌਰ ਸਾਹਿਬ ਦਾ ਇਤਿਹਾਸ ਪੜ੍ਹ ਲਓ, ਉੱਥੇ 40 ਸਿੰਘ ਹੀ ਨੇ ਅਤੇ ਅੱਗੇ 10 ਲੱਖ ਦੀ ਫੌਜ ਹੈ। ਇੱਥੇ ਥੋੜ੍ਹੇ ਦੇਖਿਆ ਜਾਂਦਾ ਵੀ ਹੁਣ ਆਪਾਂ 2 ਬੰਦੇ ਆਪਾਂ ਇੱਥੇ ਘਰੇ ਬੈਠੇ ਹਾਂ ਅਤੇ ਉੱਥੋਂ 100 ਬੰਦਾ ਆ ਕੇ ਆਪਣੀ ਧੀ ਦੀ ਬਾਂਹ ਫੜ ਲਏ, ਫਿਰ ਵਿੱਚ ਸੋਚੀ ਜਾਵਾਂਗੇ ਵੀ ਇਹਦਾ ਨੁਕਸਾਨ ਹੋਊਗਾ, ਕਿਵੇਂ ਕਰੂਗਾ? ਇਹ ਥੋੜ੍ਹੇ ਸੋਚਿਆ ਜਾਂਦਾ ਹੁੰਦਾ ਗਾ, ਇਹ ਨਹੀਂ ਸੋਚਿਆ ਜਾਂਦਾ ਗਾ। ਦੂਜੀ ਗੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ। 72 ਘੰਟੇ ਇਹਨਾਂ ਨੂੰ ਵੱਡਿਆਂ ਖੱਬੀ ਖਾਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਾ ਉਹਨਾਂ ਨੇ। 72 ਘੰਟੇ ਮਹਿਨਾ ਰੱਖਦੇ, ਸਾਰੇ 35-36 ਬੰਦੇ ਸੀ ਸਾਰੇ ਅੰਦਰ, ਅਤੇ 35-36 ਬੰਦਿਆਂ ਨੇ ਦਰਬਾਰ ਸਾਹਿਬ 'ਚ ਜਿਹੜੇ ਇੰਨੇ ਨਕਸ਼ੇ ਬਣਾਏ, ਇੰਨਾ ਕੁਛ ਕੀਤਾ, ਬਰਾੜ ਵਰਗੇ ਜ਼ੋਰ ਲਾ ਹਟੇ, ਅਤੇ ਅੰਦਰ ਨਹੀਂ 72 ਘੰਟੇ ਨਹੀਂ ਬਣ ਦਿੱਤਾ। ਜਦੋਂ ਇਹ ਗਦਾਰਾਂ ਨੇ ਹੱਥ ਖੜੇ ਕਰਕੇ CID ਦਿੱਤੀਆਂ, ਫਿਰ ਫੌਜ ਬੜੀ ਅੰਦਰ। ਆਹ ਸੀ ਕਹਾਣੀ।